साथियों कुछ गल्लां तुहाडे नाल सांझीआं करन लगा कि पिछले समय दे विच 267 ਜਿਹੜੇ श्री गुरु ग्रंथ साहब ਦੇ ਸਰੂਪ गायब होए ਸੀਗੇ ਉਹਨਾਂ ਦਾ ਮਸਲਾ ਮੇਰੇ ਵੱਲੋਂ बड़े जोर शोर ਨਾਲ ਠਾਇਆ ਗਿਆ ਸੀਗਾ। और कल 19 अगस्त ਨੂੰ श्री गुरु ग्रंथ साहब जी ਦਾ ਪਹਿਲਾ ਪ੍ਰਕਾਸ਼ ਦਿਵਸ ਸੀਗਾ। इस दिन श्री रामसर तो लिजा के श्री हरमंदर साहब दे विच गुरु ग्रंथ साहब का जिहड़ा पहला प्रकाश किया गया सीगा। 18 अगस्त ਨੂੰ परसों SGPC का एक मीडिया इंचार्ज प्रैस नोट जारी करता है कि 19 अगस्त ਨੂੰ नगर कीर्तन जिहड़ा कढ़िया जाऊगा रामसर तो लैके श्री हरमंदर साहब तक, जिस विच SGPC के प्रधान ते काल तख्त के जथेदार सिंह साहबान जिहड़े उहदे विच हाज़री भरनगे। एडा वड्डा दिहाड़ा सीगा, इत्थों तक कि सरकार ने अमृतसर जिले दे विच इस दिहाड़े दे उत्ते छुट्टी दा ऐलान कीता ते SGPC दे प्रैस नोट तो बादा इन्हां दे ऐलान करन तो बादा दोवां विचों एक भी बंदा उत्थे नहीं आया, ना काल तख्त दा जथेदार ते ना ही श्रोमणी कमेटी दे प्रधान उत्थे आए। ते कई सवाल इन्हां दे उत्ते खड़े हुंदे आ कि कारण की सीगा, एडे वड्डे समागम तो ये भजे क्यों? कारण सीगा 267 ਜਿਹੜੇ गुरु महाराज ਦੇ ਸਰੂਪ गुम ਹੋਏ आ। 2 जुलाई ਨੂੰ ਮੇਰੇ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਸੀਗਾ। 12 जुलाई ਨੂੰ SGPC ਵੱਲੋਂ ਇੱਕ ਮਤਾ ਪਾਸ ਕੀਤਾ ਜਾਂਦਾ ਹੈ ਕਿ ਇਹ ਜਿਹੜੇ ਸਰੂਪ ਗਾਇਬ ਨੇ ਇਹਨਾਂ ਦੀ ਜਾਂਚ ਜਿਹੜੀ ਆ ਉਹ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਕਰਨਗੇ। 17 जुलाई ਨੂੰ ਜਥੇਦਾਰ ਕਾਲ ਤਖਤ ਇੱਕ ਪ੍ਰੈਸ ਨੋਟ ਜਿਹੜਾ ਜਾਰੀ ਕਰਦੇ ਉਹਦੇ ਚ ਐਲਾਨ ਕਰਦੇ ਆ कि 1 महीने दे विच जिहड़े स्वरूप गायब होए आ इन्हां दी जांच जिहड़ी मुकम्मल कीती जाऊगी। और इहदी जांच जिहड़ी आ हाई कोर्ट दे रिटायर्ड जज बीबी नवता सिंह वो करनगे ते उन्हां दे नाल सहयोगी होणगे तेलंगाना हाई कोर्ट दे वकील भाई ईशर सिंह। पर इन्हां दीयां पिछलियां जांचां ते जांच करन वाले रिटायर्ड जजां दा जिहड़ा हशर बादलां वल्लों कीता जांदा रहा ਉਹਨੂੰ ਦੇਖਦੇ ਹੋਏ ਲੋਕਾਂ 'ਚ ਇਹਨਾਂ ਦਾ ਵਿਰੋਧ ਦੇਖਦੇ ਹੋਏ ਜਿਹੜੇ ਮਾਨਯੋਗ ਰਿਟਾਇਰਡ ਜੱਜ ਸੀਗੇ ਬੀਬੀ ਨਵਤਾ ਸਿੰਘ ਉਹਨਾਂ ਨੇ ਜਾਂਚ ਕਰਨ ਤੋਂ ਹੀ ਮਨਾ ਕਰ ਦਿੱਤਾ। ਤੇ 30 ਜੁਲਾਈ ਨੂੰ ਸਿੰਘ ਸਾਹਿਬ ਫਿਰ ਇੱਕ ਪ੍ਰੈਸ ਨੋਟ ਜਾਰੀ ਕਰਦੇ ਆ ਕਿ ਬੀਬੀ ਨਵਤਾ ਸਿੰਘ ਉਹਨਾਂ ਦੀਆਂ ਕਈ ਘਰੇਲੂ ਮਜਬੂਰੀਆਂ ਨੇ ਜਿਹਦੇ ਕਰਕੇ ਉਹ ਜਾਂਚ ਨਹੀਂ ਕਰ ਸਕਦੇ। ਸਵਾਲ ਇੱਥੇ ਇਹ ਖੜਾ ਹੁੰਦਾ ਕਿ ਕਿਹੜਾ ਇਨਸਾਨ ਆ ਜਿਹੜਾ ਗੁਰੂ ਘਰ ਦੀ ਸੇਵਾ ਨਹੀਂ ਲੈਣਾ ਚਾਹੁੰਦਾ, ਕਿਹੜਾ ਇਨਸਾਨ ਹੈ ਗੁਰੂ ਘਰ ਦੀ ਜਿਹੜਾ ਸੇਵਾ ਨਹੀਂ ਲੁੱਟਣਾ ਚਾਹੁੰਦਾ। ਬੀਬੀ ਜੀ ਨੂੰ ਪਤਾ ਸੀਗਾ ਕਿ ਇਹਨਾਂ ਨੇ ਜਾਂਚ ਜਿਹੜੀ ਉਹ ਗਲਤ ਕਰਨ ਲਈ ਕਹਿਣਾ ਜਾਂ ਬਾਦਲਾਂ ਦੀ ਫੇਵਰ ਦੇ ਵਿੱਚ ਕਰਨ ਲਈ ਕਹਿਣਗੇ। ਇਸ ਕਰਕੇ ਇਸ ਜਾਂਚ ਤੋਂ ਕਿਨਾਰਾ ਕਰ ਗਏ ਕਿਉਂਕਿ ਹਰ ਜਿਹੜਾ ਸਿੱਖ ਆ ਉਹ ਬਾਦਲਾਂ ਵਰਗਾ ਨਹੀਂ ਹੋ ਸਕਦਾ। ਕਈ ਜੀਂਦੀ ਜਾਗਦੀ ਜ਼ਮੀਰ ਵਾਲੇ ਵੀ ਹੈਗੇ ਆ ਜਿਨ੍ਹਾਂ ਦੇ ਵਿੱਚ ਬੀਬੀ ਨਮਤਾ ਸਿੰਘ ਨਿਕਲੇ। ਇਹ ਸੋਚਦੇ ਸੀਗੇ ਕਿ ਜਿਵੇਂ ਲਿਫਾਫੇ ਦੇ ਵਿੱਚੋਂ SGPC ਦਾ ਪ੍ਰਧਾਨ ਕੱਢਦੇ ਆ ਉਸੇ ਤਰੀਕੇ ਹੀ ਇਹ ਜੱਜ ਨੂੰ ਵੀ ਆਪਣਾ ਕੋਈ ਰਿਸ਼ਤੇਦਾਰ ਨੂੰ ਲਾ ਲੈਣਗੇ ਜਾਂ ਉਹਦੇ ਕੋਲੋਂ ਵੀ ਜੋ ਮਰਜ਼ੀ ਕਰਾ ਲੈਣਗੇ। ਪਰ ਉਹਨਾਂ ਨੂੰ ਇਹ ਮਨਜ਼ੂਰ ਨਹੀਂ ਸੀ ਤੇ ਉਹ ਜਾਂਚ ਛੱਡ ਗਏ। ਇਹਦੇ ਨਾਲ ਨਾਲ ਜਥੇਦਾਰ ਸਾਹਿਬ ਪ੍ਰੈਸ ਨੋਟ ਦੇ ਵਿੱਚ ਲਿਖਦੇ ਆ ਕਿ ਉਹਨਾਂ ਦੇ ਛੱਡ ਕੇ ਜਾਣ ਨਾਲ ਕੋਈ ਫਰਕ ਨਹੀਂ ਪੈਣਾ ਜਾਂਚ ਨੂੰ, ਜਾਂਚ ਨਿਰਪੱਖ ਤੇ ਨਿਸ਼ਚਿਤ ਸਮੇਂ ਦੇ ਉੱਤੇ ਹੀ ਮੁਕੰਮਲ ਹੋਊਗੀ। ਤੇ ਮੇਰੇ ਵਰਗੇ ਬੰਦੇ ਨੇ ਵੀ ਯਕੀਨ ਕੀਤਾ ਕਿ ਕਾਲ ਤਖਤ ਦੀ ਐਡੀ ਹਸਤੀ ਸਾਡੀ ਸਭ ਤੋਂ ਸਰਮੌਰ ਸੰਸਥਾ ਦੇ ਜਿਹੜੇ ਉੱਚ ਅਹੁਦੇ ਤੇ ਉਹਦੇ ਅਧਿਕਾਰੀ ਨੇ ਜਦੋਂ ਉਹ ਕਹਿ ਰਹੇ ਆ ਤੇ ਹੋ ਸਕਦਾ ਹੈ ਜਾਂਚ 1 ਮਹੀਨੇ ਦੇ ਵਿੱਚ ਕਰਾਉਣਗੇ ਕਿ ਕਿੰਨਾ ਕੁ ਝੂਠ ਬੋਲ ਸਕਦੇ ਕਾਲ ਤਖਤ ਦੇ ਜਥੇਦਾਰ ਤੇ ਕਿੰਨਾ ਕੁ ਗਲਤ ਬੋਲ ਸਕਦੇ ਆ। ਮੈਂ ਵੀ 1 ਮਹੀਨਾ ਨਹੀਂ ਬੋਲਿਆ, ਮੈਂ ਯਕੀਨ ਕੀਤਾ ਉਹਨਾਂ ਦੇ ਉੱਤੇ। 16 ਅਗਸਤ ਨੂੰ ਸਮਾਂ ਪੂਰਾ ਹੋ ਗਿਆ, 1 ਮਹੀਨਾ ਹੋ ਗਿਆ। ਜਾਂਚ ਰਿਪੋਰਟ ਤੇ ਕੀ ਆਉਣੀ ਸੀ? ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਵਸ ਦੇ ਉੱਤੇ ਹੀ ਇਹ ਦੋਵੇਂ ਜਣੇ ਨਹੀਂ ਆਏ। ਇਹ ਸੀਗਾ ਅਸਲ ਕਾਰਨ ਇਹਨਾਂ ਦੇ ਨਾ ਆਉਣ ਦਾ ਕਿਉਂਕਿ ਉੱਥੇ ਮੀਡੀਆ ਨੇ ਸਵਾਲ ਕਰਨੇ ਸੀ। ਇਹਨਾਂ ਮੀਡੀਆ ਨੂੰ ਪ੍ਰੈਸ ਨੋਟ ਜਾਰੀ ਕੀਤੇ ਹੋਏ ਸੀਗੇ ਜਾਂਚ ਮੁਕੰਮਲ ਕਰਨ ਦੇ। ਇਹਨਾਂ ਸਵਾਲਾਂ ਤੋਂ ਭੱਜਦਿਆਂ ਐਡੇ ਵੱਡੇ ਦਿਹਾੜੇ ਦੇ ਉੱਤੇ ਆਏ ਨਹੀਂ। ਇਸ ਜਾਂਚ ਦੇ ਨਾਮ ਦੇ ਉੱਤੇ ਹੋਰ ਕੀ ਖੇਡਾਂ ਹੋ ਰਹੀਆਂ ਵਾ। 16 ਅਗਸਤ ਨੂੰ ਜਾਂਚ ਰਿਪੋਰਟ ਦਾ ਸਮਾਂ ਨਿਸ਼ਚਿਤ ਸੀਗਾ। 10 ਅਗਸਤ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਇੱਕ ਅਖਬਾਰ ਨੂੰ ਸਟੇਟਮੈਂਟ ਦਿੰਦੇ ਨੇ ਕਿ ਜਿਹੜੇ 267 ਸਰੂਪਾਂ ਦਾ ਰੌਲਾ ਗਾਇਬ ਹੋਣ ਦਾ ਉਹ ਕਦੇ ਛਪੇ ਹੀ ਨਹੀਂ ਸੀ। ਇਹਨਾਂ ਨੇ ਕੀਤਾ ਕਿਉਂ ਇਸ ਤਰ੍ਹਾਂ ਕਿ ਜਿਵੇਂ ਛੋਟੇ ਕਿਸੇ ਬੱਚੇ ਨੂੰ ਇੱਕ ਟੀਕਾ ਲਾਉਣਾ ਹੋਵੇ ਨਾ ਉਸ ਤੋਂ ਪਹਿਲਾਂ ਉਹਨੂੰ ਚੁੰਡੀ ਵੱਢ ਕੇ ਵੇਖਿਆ ਜਾਂਦਾ ਕਿ ਉਹ ਝੱਲਦਾ ਕਿ ਨਹੀਂ ਝੱਲਦਾ, ਜਾਂ ਉਹਨੂੰ ਦੱਸਿਆ ਜਾਂਦਾ ਚੁੰਡੀ ਵੱਢ ਕੇ ਕਿ ਕਾਕਾ ਇੰਨੀ ਕੁ ਪੀੜ ਹੋਣੀ ਆ। ਉਹ ਕੰਮ ਜਥੇਦਾਰ ਹੋਣਾ ਨੇ ਕੀਤਾ। ਉਹਨਾਂ ਨੇ ਸੰਗਤ ਨੂੰ ਚੁੰਡੀ ਵੱਢ ਕੇ ਵੇਖੀ ਵੀ ਇਹ ਝੱਲਦੇ ਨੇ ਕਿ ਨਹੀਂ ਝੱਲਦੇ, ਉਸ ਤੋਂ ਬਾਅਦ ਪੂਰਾ ਟੀਕਾ ਲਾ ਦੇਾਂਗੇ। ਜਦੋਂ ਅਗਲੇ ਦਿਨ ਇਹਨਾਂ ਦਾ ਵਿਰੋਧ ਸ਼ੁਰੂ ਹੋ ਗਿਆ ਤੇ ਜਥੇਦਾਰ ਸਾਹਿਬ ਉਸ ਗੱਲ ਤੋਂ ਮੁੱਕਰ ਹੀ ਗਏ ਕਿ ਮੈਂ ਬਿਆਨ ਦਿੱਤਾ ਹੀ ਨਹੀਂ ਬਲਕਿ ਅਖਬਾਰਾਂ 'ਚੋਂ ਛਪ ਚੁੱਕਾ ਸੀਗਾ। ਜਥੇਦਾਰ ਤੋਂ ਇਲਾਵਾ
ਐਸਜੀਪੀਸੀ ਦੇ ਹੋਰ ਜਿਹੜੇ ਉੱਚ ਅਧਿਕਾਰੀ ਆ, ਐਸਜੀਪੀਸੀ ਦੇ ਜਿਹੜੇ ਆਗੂ ਆ, ਉਹ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਗਾਇਬ ਹੋਣ ਦੀ ਜਾਂਚ ਨੂੰ ਲੈ ਕੇ ਕਿੰਨਾ ਕੁ ਸੰਜੀਦਗੀ ਦੇ ਨਾਲ ਲੈਂਦੇ ਸੀਗੇ, ਇਹ ਮੈਂ ਤੁਹਾਨੂੰ ਦੱਸਣ ਲੱਗਾ ਕਿ 2 ਜੁਲਾਈ ਨੂੰ ਇਹ ਮੁੱਦਾ ਚੁੱਕਿਆ ਗਿਆ ਮੇਰੇ ਵੱਲੋਂ, 12 ਜੁਲਾਈ ਨੂੰ ਮਤਾ ਪਾਸ ਹੁੰਦਾ ਤੇ 14 ਜੁਲਾਈ ਨੂੰ ਐਸਜੀਪੀਸੀ ਦਾ ਬਹੁਤ ਪ੍ਰਧਾਨ ਤੋਂ ਥੱਲੇ ਤੇ ਉੱਚ ਅਧਿਕਾਰੀ, ਸਾਰਿਆਂ ਤੋਂ ਉੱਚ ਅਧਿਕਾਰੀ ਜਿਹੜਾ ਚੀਫ ਸੈਕਟਰੀ ਸੀਗਾ ਡਾਕਟਰ ਰੂਪ ਸਿੰਘ, ਉਹ 40 ਦਿਨ ਦੀ ਛੁੱਟੀ ਲੈ ਕੇ ਬਾਹਰਲੇ ਮੁਲਕ ਦੇ ਵਿੱਚ ਚਲਾ ਗਿਆ, ਇਹ ਕਹਿ ਕੇ ਕਿ ਮੇਰਾ ਜਾਣਾ ਪਹਿਲਾਂ ਹੀ ਤੈਅ ਸੀਗਾ, ਮੈਂ ਆਪਣੇ ਬੇਟੇ ਨੂੰ ਮਿਲਣ ਜਾਣਾ ਸੀਗਾ। ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਤੁਹਾਡਾ ਜਿਹੜਾ ਜਾਣਾ ਵਾ ਉਹ ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਦੇ ਲੱਭਣ ਦੇ ਵਿੱਚ ਸਹਾਈ ਹੋਣ ਨਾਲੋਂ ਜ਼ਿਆਦਾ ਜ਼ਰੂਰੀ ਸੀਗਾ ਆਪਣੇ ਬੇਟੇ ਨੂੰ ਮਿਲਣਾ, ਜਾਂ ਤੁਸੀਂ ਇਸ ਕਰਕੇ ਚਲੇ ਗਏ ਕਿ ਉਹਨਾਂ ਨੂੰ ਗਾਇਬ ਕਰਨ ਦੇ ਵਿੱਚ ਤੁਹਾਡੀ ਵੀ ਕਿਤੇ ਨਾ ਕਿਤੇ ਸ਼ਮੂਲੀਅਤ ਸੀਗੀ। ਇੱਥੇ ਮੈਂ ਦੱਸ ਦਵਾਂ ਡਾਕਟਰ ਸਾਹਿਬ ਤੁਹਾਨੂੰ ਕਿ ਜਦੋਂ ਜੰਗ ਲੱਗੀ ਹੋਵੇ ਨਾ ਤੇ ਫੌਜੀ ਦਾ ਪਿਓ ਵੀ ਮਰ ਜਾਏ ਜਾਂ ਕੋਈ ਰਿਸ਼ਤੇਦਾਰ ਵੀ ਮਰ ਜਾਵੇ, ਕੁਝ ਮਾੜੀ ਤੋਂ ਮਾੜੀ ਘਟਨਾ ਵੀ ਹੋ ਜਾਵੇ ਤੇ ਉਹ ਜੰਗ ਛੱਡ ਕੇ ਨਹੀਂ ਆਉਂਦਾ, ਉਹ ਆਰ ਪਾਰ ਦੀ ਲੜਾਈ ਲੜ ਕੇ ਆਉਂਦਾ। ਤੇ ਡਾਕਟਰ ਰੂਪ ਸਿੰਘ ਜੀ, ਤੁਸੀਂ ਇਹ ਜੰਗ ਵਿੱਚੇ ਛੱਡ ਕੇ ਗੁਰੂ ਗ੍ਰੰਥ ਸਾਹਿਬ ਜਿਹਨੂੰ ਸਾਰੇ ਆਪ ਦਾ ਪਿਓ ਮੰਨਦੇ ਆ, ਉਹਨਾਂ ਨੂੰ ਲੱਭਣ ਦੀ ਬਜਾਏ ਆਪ ਤੁਸੀਂ ਬਾਹਰਲੇ ਮੁਲਕ ਦੇ ਵਿੱਚ ਚਲ ਗਏ। ਡਾਕਟਰ ਰੂਪ ਸਿੰਘ ਜੀ ਤੁਹਾਡੇ ਨਾਲ ਡਾਕਟਰ ਲੱਗਦਾ, ਮੈਨੂੰ ਇਹ ਕਹਿਣ ਦੇ ਵਿੱਚ ਕੋਈ ਗਰੇਜ ਨਹੀਂ ਕਿ ਬਾਦਲਾਂ ਦੇ ਜਿੰਨੇ ਕੁੱਤੇ ਕੰਮ ਹੁੰਦੇ ਐਸਜੀਪੀਸੀ ਦੇ ਵਿੱਚ, ਉਹਨਾਂ ਨੂੰ ਸਰਜਰੀ ਕਰ ਲਈ, ਉਹਨਾਂ ਦੇ ਆਪਰੇਸ਼ਨ ਕਰ ਲਈ, ਉਹਨਾਂ ਤੁਹਾਨੂੰ ਡਾਕਟਰ ਰੱਖਿਆ ਹੋਇਆ। ਮੈਂ ਕੋਈ ਪੈਸੇ ਦਾ ਦੋਸ਼ ਨਹੀਂ ਲਾਉਂਦਾ ਤੁਹਾਡੇ ਦੇ ਉੱਤੇ, ਪਰ ਤੁਹਾਡੀ ਜ਼ਮੀਰ ਜਿਹੜੀ ਉਹ ਮਰੀ ਹੋਈ ਆ। ਤੁਸੀਂ ਕਹਿੰਦੇ ਮੈਂ ਬੜੀਆਂ ਕਿਤਾਬਾਂ ਲਿਖਦਾ, ਉਹਨਾਂ ਕਿਤਾਬਾਂ ਤੇ ਵੀ ਮੈਂ ਆਉਂਗਾ ਕਿੱਥੋਂ ਕਿੱਥੋਂ ਲਿਖਾਉਂਦੇ ਜੇ ਤੇ ਕਿਹੜੇ ਕਿਹੜੇ ਇਤਿਹਾਸਕਾਰ ਤੁਸੀਂ ਰੱਖੇ ਉਹਨਾਂ ਨੂੰ ਲਿਖਣ ਵਾਸਤੇ ਸ਼੍ਰੋਮਣੀ ਕਮੇਟੀ ਦੇ। ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜਿੰਨੀਆਂ ਤੁਸੀਂ ਕਿਤਾਬਾਂ ਲਿਖੀਆਂ ਜਾਂ ਜਿਹੜੀਆਂ ਤੁਸੀਂ ਅੱਗੋਂ ਲਿਖਣੀਆਂ ਜਾਂ ਲਿਖਾਉਣੀਆਂ ਚਾਹੁੰਦੇ ਹੋ, ਕਦੀ ਆਪਣੀ ਮਰੀ ਜ਼ਮੀਰ ਦੇ ਉੱਤੇ ਤੇ ਬਾਦਲਾਂ ਦੀ ਕੀਤੀ ਚਾਪਲੂਸੀ ਦੇ ਉੱਤੇ ਵੀ ਉਹਨਾਂ ਕਿਤਾਬਾਂ ਦੇ ਵਿੱਚ ਕਿਤੇ ਜ਼ਿਕਰ ਕਰੋਗੇ? ਉਹ ਕਿਸੇ ਕਿਤਾਬ ਦੇ ਵਿੱਚ 2 ਲਾਈਨਾਂ ਇਹ ਵੀ ਲਿਖੋਗੇ? ਪਹਿਲੀ ਗੱਲ, ਤੁਸੀਂ ਜਾਂਚ ਜਾਂ ਲੱਭਣ ਲਈ ਜੇ ਤੁਸੀਂ ਸੰਜੀਦਾ ਹੁੰਦੇ ਤੇ ਇੱਥੇ ਰਹਿ ਕੇ FIR ਦਰਜ ਕਰਾਉਂਦੇ ਤੇ ਜਿਹੜੀ ਜਾਂਚ ਕਮੇਟੀ ਸੀ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ। ਇੱਥੋਂ ਤੱਕ ਕਿ ਵਿਧਾਨ ਸਭਾ ਦੇ ਵਿੱਚ ਇਹ ਮਤਾ ਪਾਸ ਹੋ ਚੁੱਕਿਆ ਕਿ ਗੁਰੂ ਗ੍ਰੰਥ ਸਾਹਿਬ ਲਿਵਿੰਗ ਗੁਰੂ ਨੇ, ਸੁਪਰੀਮ ਕੋਰਟ ਤੱਕ ਨੇ ਮੰਨਿਆ ਕਿ ਗੁਰੂ ਗ੍ਰੰਥ ਸਾਹਿਬ ਲਿਵਿੰਗ ਗੁਰੂ ਮੰਨੇ ਜਾਣਗੇ। ਦੁਨੀਆ ਦਾ ਇੱਕੋ ਇੱਕ ਗ੍ਰੰਥ ਹੈ ਜਿਹਦੇ ਉੱਤੇ ਪ੍ਰਾਪਰਟੀ ਦੀਆਂ ਰਜਿਸਟਰੀਆਂ ਤੱਕ ਹੋ ਜਾਂਦੀਆਂ ਨੇ, ਉਹ ਚੋਰੀ ਹੋ ਗਏ। ਉਹ ਚੋਰੀ ਜਦੋਂ ਹੋ ਗਏ ਆ ਤੇ ਜੇ ਉਹਨਾਂ ਨੂੰ ਮੰਨਿਆ ਜਾਂਦਾ ਉਹ ਲਿਵਿੰਗ ਗੁਰੂ ਨੇ, 267 ਤੁਹਾਡੇ ਲਿਵਿੰਗ ਗੁਰੂ ਜਿਹੜੇ ਉਹ ਗਾਇਬ ਹੋਏ ਆ, ਤੇ ਤੁਸੀਂ FIR ਕਿਉਂ ਨਹੀਂ ਕਰਾਈ? ਐਸਜੀਪੀਸੀ ਤੇ ਜਥੇਦਾਰ ਵੱਲੋਂ ਇਹ ਜਾਂਚ ਆਪਣੇ ਹੱਥਾਂ 'ਚ ਕਿਉਂ ਰੱਖੀ ਗਈ ਕਿ ਕੇਵਲ ਬਾਦਲਾਂ ਦੇ ਉੱਤੇ ਕੋਈ ਆਂਚ ਨਾ ਆ ਜਾਵੇ? ਵੈਸੇ ਤਾਂ ਜਥੇਦਾਰ ਦੇ ਸਾਹਮਣੇ ਮੇਰਾ ਕੋਈ ਰੁਤਬਾ ਨਹੀਂ, ਬੜੀ ਵੱਡੀ ਹਸਤੀ ਨੇ ਕਾਲ ਤਖਤ ਦੇ ਜਥੇਦਾਰ, ਫਿਰ ਵੀ ਮੈਂ ਉਹਨਾਂ ਨੂੰ ਦਰੁਸਤੀ ਕਰਦਿਆਂ ਕਿ ਜਥੇਦਾਰ ਸਾਹਿਬ, ਜੇ ਕੋਈ ਧਾਰਮਿਕ ਕਤਾਈ ਹੋਈ ਹੋਵੇ ਗੁਰਦੁਆਰੇ ਦੇ ਅੰਦਰ ਜਾਂ ਕਿਤੇ ਬਾਹਰ, ਤੇ ਉਹਦੀ ਜਾਂਚ ਜਿਹੜੀ ਐਸਜੀਪੀਸੀ ਜਾਂ ਜਥੇਦਾਰ ਕਰ ਸਕਦਾ। ਇਹ ਇੱਕ ਕ੍ਰਿਮੀਨਲ ਵਾਰਦਾਤ ਸੀਗੀ। ਮੰਨ ਲਓ ਮੈਂ ਕਿਸੇ ਗੁਰਦੁਆਰੇ ਦੇ ਵਿੱਚ ਜਾ ਕੇ ਕੋਈ ਚੋਰੀ ਕਰਦਾ, ਕਿਸੇ ਨੂੰ ਸੱਟ ਪੇਟ ਲਾ ਦਿੰਨਾ, ਕਿਸੇ ਦਾ ਕਤਲ ਕਰ ਦਿੰਨਾ, ਤੇ ਉਹਦੀ ਜਾਂਚ ਐਸਜੀਪੀਸੀ ਜਾਂ ਜਥੇਦਾਰ ਥੋੜੀ ਕਰੂਗਾ। ਉਹਦੀ ਜਾਂਚ ਪੁਲਿਸ ਕੋਲੋਂ ਕਰਾਈ ਜਾਂਦੀ ਹੈ, ਔਰ ਤੁਸੀਂ ਵੀ ਪੁਲਿਸ ਨੂੰ ਕਈ ਪਰਚੇ ਦਰਜ ਕਰਾਏ ਹੋਣਗੇ। ਫਿਰ ਇੱਥੇ ਕਿਹੜਾ ਨਵਾਂ ਸੰਵਿਧਾਨ ਤੁਸੀਂ ਤਿਆਰ ਕਰ ਲਿਆ? ਆਪੇ ਹੀ ਜਾਂਚ ਕਰਨ ਵਾਲਾ ਆਪਣੀ ਮਰਜ਼ੀ ਦੇ ਮੁਤਾਬਕ। ਇਹਦੇ ਉੱਤੇ ਜਾਂਚ ਕਰਨ ਤੋਂ ਪਹਿਲਾਂ ਚਾਹੇ ਰਿਟਾਇਰਡ ਜੱਜ ਕਰਦੇ, ਚਾਹੇ ਮੌਜੂਦਾ ਜੱਜ ਕਰਦੇ, FIR ਹੋਣੀ ਜਿਹੜੀ ਅਤੀ ਜ਼ਿਆਦਾ ਜ਼ਰੂਰੀ ਸੀ। ਦੂਜਾ, ਮੈਂ ਜਥੇਦਾਰ ਹੋਣਾ ਨੂੰ ਪੁੱਛਣਾ ਚਾਹੁੰਦਾ ਕਿ ਕੋਈ ਪੰਜਾਬ ਜਾਂ ਅੰਮ੍ਰਿਤਸਰ ਦੇ ਵਿੱਚ ਜਾਂ ਪੂਰੇ ਚੰਡੀਗੜ੍ਹ 'ਚ ਪੰਜਾਬ ਦੀ ਸਟੇਟ ਦੇ ਵਿੱਚ ਤੁਹਾਨੂੰ ਕੋਈ ਵਕੀਲ ਨਹੀਂ ਮਿਲਿਆ ਸਿੱਖ ਜਿਹੜਾ ਅਮਰਧਾਰੀ ਹੋਵੇ ਜਾਂ ਜਿਹੜਾ ਇਹਦੀ ਜਾਂਚ ਕਰ ਸਕੇ? ਜੋ ਤੁਸੀਂ ਤੇਲੰਗਾਨਾ ਤੋਂ ਇੱਕ ਵਕੀਲ ਨੂੰ ਇਸ ਟੀਮ ਦਾ ਹੈੱਡ ਬਣਾਇਆ, ਇੱਥੋਂ ਤੱਕ ਕਿ ਭਾਈ ਰਣਜੀਤ ਸਿੰਘ ਤੇ ਕਹਿ ਚੁੱਕੇ ਸੀਗੇ ਕਿ ਉਹ ਤੁਹਾਡੇ ਦੋਸਤ ਨੇ। ਫਿਰ ਤੁਸੀਂ ਕਿਸ ਤਰ੍ਹਾਂ ਉਹਨਾਂ ਕੋਲ ਜਾਂਚ ਕਰਾ ਲੋਗੇ? ਜੋ ਤੁਸੀਂ ਕਹੋਗੇ ਉਹਨਾਂ ਕਰਨਾ ਹੋਆ। ਜਾਂਚ ਤੇ ਫਿਰ ਇੱਕ ਡਰਾਮਾ ਵਾ। ਨਾਲੇ ਜਾਂਚ ਤੋਂ ਪਹਿਲਾਂ ਬਾਦਲਾਂ ਨੂੰ ਇਹ ਸਹੁੰ ਖਵਾ ਲੈਂਦੇ ਗੁਰੂ ਗ੍ਰੰਥ ਸਾਹਿਬ ਦੀ ਜਾਂ ਉਹਨਾਂ ਦੇ ਧੀ ਪੁੱਤ ਦੀ ਕਿ ਜਿਵੇਂ ਜਸਟਿਸ ਜੋਰਾ ਸਿੰਘ ਨੂੰ, ਜਿਵੇਂ ਜਸਟਿਸ ਰਣਜੀਤ ਸਿੰਘ ਨੂੰ ਜਾਂਚ ਤੋਂ ਬਾਅਦ ਤੁਸੀਂ ਉਹਨਾਂ ਦਾ ਜਲੂਸ ਕੱਢਦੇ ਰਹੇ ਹੋ, ਉਸੇ ਤਰੀਕੇ ਕਿਤੇ ਮੁੜ ਕੇ ਤੁਹਾਡੇ ਦੋਸਤ ਦਾ ਵੀ ਜਲੂਸ ਨਾ ਕੱਢ ਦੇਣ। ਫਿਰ ਦੇਖੋ, ਦੋਹਰਾ ਮਾਪਦੰਡ ਹੈ ਸਰਕਾਰ ਦਾ ਵੀ ਤੇ ਬਾਦਲਾਂ ਦਾ ਵੀ। ਪਟਿਆਲੇ ਇੱਕ ਸਰੂਪ ਚੋਰੀ ਹੋਇਆ ਤੇ ਪਰਚਾ ਦਰਜ ਕਰ ਦਿੱਤਾ ਗਿਆ ਤੇ ਅਕਾਲੀ ਦਲ ਉੱਥੇ ਲੜੀਵਾਰ ਧਰਨਾ ਲਾ ਰਿਹਾ ਕਿ ਜੇ ਦੋਸ਼ੀ ਨਾ ਫੜੇ ਗਏ ਅਸੀਂ ਇੱਟ ਨਾ ਇੱਟ ਖੜਕਾ ਦੇਾਂਗੇ ਸਰਕਾਰ ਦੀ। ਇੱਥੇ 267 ਸਰੂਪ ਚੋਰੀ ਹੋ ਗਏ ਆ। ਨਾ ਅਕਾਲੀ ਦਲ ਨੇ ਧਰਨਾ ਲਾਇਆ, ਨਾ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਪਰਚਾ ਦਰਜ ਕੀਤਾ। ਕੀ ਗੱਲ, ਇਹ ਜ਼ਿਲ੍ਹਾ ਜਿਹੜਾ ਪਾਕਿਸਤਾਨ ਦੇ ਵਿੱਚ ਪੈਂਦਾ ਵਾ, ਇੱਥੇ ਕੋਈ ਕਾਨੂੰਨ ਵੱਖਰਾ ਵਾ? ਅਜੇ ਐਸਜੀਪੀਸੀ ਦੇ ਮੈਂਬਰ ਬਲਵਿੰਦਰ ਸਿੰਘ ਬੈਂਸ ਤੇ ਜਿਹੜਾ ਇਹਦਾ ਸਟੋਰ ਕੀਪਰ ਰਿਹਾ ਕਮਲਜੀਤ, ਭਾਵੇਂ ਉਹਦੀ ਪੈਸੇ ਦੀ ਲੜਾਈ ਸੀ,
ਇਹਨਾਂ ਦੋਵਾਂ ਨੇ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਕੀਤੀ ਹੋਈ ਆ ਕਿ FIR ਦਰਜ ਕੀਤੀ ਜਾਵੇ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋਣ ਤੇ, ਪਰ ਕਿਸੇ ਨੇ FIR ਦਰਜ ਨਹੀਂ ਕੀਤੀ। ਕੈਪਟਨ ਸਾਹਿਬ, ਬਾਦਲ ਸਰਕਾਰ ਵੇਲੇ 2 ਸਰੂਪ ਜਿਹੜੇ ਚੋਰੀ ਤੇ ਉਹਨਾਂ ਦੀ ਬੇਅਦਬੀ ਹੋਈ ਸੀ ਤੇ ਤੁਹਾਡੇ ਸਾਹਮਣੇ ਆ, ਲੋਕਾਂ ਨੇ ਉਹਨਾਂ ਦਾ ਹਸ਼ਰ ਕੀ ਕੀਤਾ। ਉਹਦੇ ਉੱਤੇ ਰਾਜਨੀਤੀ ਕਰਕੇ, ਉਹਦੇ ਉੱਤੇ ਇਨਸਾਫ ਦਿਵਾਉਣ ਦੇ ਨਾਂ ਦੇ ਉੱਤੇ ਤੁਸੀਂ ਸਰਕਾਰ ਬਣਾਈ ਤੇ ਤੁਹਾਡੇ ਵੇਲੇ ਤੁਹਾਡੀ ਸਰਕਾਰ ਦੇ ਵਿੱਚ ਤੇ 267 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਗਾਇਬ ਹੋ ਗਏ ਆ। ਤੁਸੀਂ ਪਿਛਲੀ ਬੇਅਦਬੀ ਦੇ ਉੱਤੇ ਇਨਸਾਫ ਕੀ ਕਰਨਾ ਸੀਗਾ, ਤੁਸੀਂ ਤੇ ਹੁਣ ਵੀ ਇਹਦੇ ਉੱਤੇ ਕਾਰਵਾਈ ਨਹੀਂ ਕਰ ਰਹੇ। ਮੈਨੂੰ ਨਹੀਂ ਪਤਾ ਪਰਚਾ ਕਿਉਂ ਨਹੀਂ ਦਰਜ ਕਰ ਰਹੇ। ਤੇ ਦੋਵਾਂ ਕੇਸਾਂ ਦੇ ਵਿੱਚ ਸਾਫ਼ ਪਤਾ ਵਾ ਕਿ ਇਹ ਜਿਹੜੀ ਆਗਿਆ ਹੈ ਬਾਦਲਾਂ ਤੱਕ ਜਾਣੀ ਆ। ਤੇ ਆ ਜਿਹੜੇ ਹੋਣ ਵਾਲੇ ਕੇਸ ਆ 267 ਜਿਹੜੇ ਗੁਰੂ ਸਾਹਿਬ ਦੇ ਸਰੂਪ ਗਾਇਬ ਆ, ਇਹਦੇ ਤੇ ਸਿੱਧੇ ਸਿੱਧੇ ਜ਼ਿੰਮੇਵਾਰ ਬਾਦਲ ਤੇ SGPC ਆ। ਤੇ ਕੋਈ ਵੀ ਸਿਆਸੀ ਬੰਦਾ, ਮੈਂ ਤੁਹਾਨੂੰ ਕਹਿਣ ਲੱਗਾ ਕੈਪਟਨ ਸਾਹਿਬ, ਕੋਈ ਵੀ ਸਿਆਸੀ ਬੰਦਾ ਆਪਣੇ ਦੁਸ਼ਮਣ ਨੂੰ ਮਾਰਨ ਦਾ ਕੋਈ ਮੌਕਾ ਨਹੀਂ ਛੱਡਦਾ, ਮੌਕਾ ਲੱਭਦਾ ਰਹਿੰਦਾ ਵਾ। ਫਿਰ ਪਤਾ ਨਹੀਂ ਤੁਸੀਂ ਕਿਉਂ ਨਹੀਂ ਕਰ ਰਹੇ, ਤੁਸੀਂ ਕਿਉਂ ਨਹੀਂ ਪਰਚਾ ਦਰਜ ਕਰਕੇ ਇਹਨਾਂ ਨੂੰ ਸਮਾਜ ਦੇ ਵਿੱਚ ਨੰਗਾ ਕਰ ਰਹੇ। ਜਾਂ ਅਸੀਂ ਸੱਚ ਮੰਨ ਲਈਏ ਕਿ ਬਾਦਲਾਂ ਨਾਲ ਤੁਹਾਡੀ ਦੁਸ਼ਮਣੀ ਸਿਰਫ ਸਟੇਜਾਂ ਦੇ ਉੱਤੇ ਤੇ ਸਿਰਫ ਅਖਬਾਰਾਂ ਦੇ ਵਿੱਚ, ਉਸ ਤਰ੍ਹਾਂ ਤੁਹਾਡੀ ਕੋਈ ਦੁਸ਼ਮਣੀ ਨਹੀਂ ਇਹਨਾਂ ਦੇ ਨਾਲ। ਲੋਕ ਠੀਕ ਹੀ ਤੁਹਾਡੇ ਦੋਵਾਂ ਦੇ ਕਾਰਟੂਨ ਬਣਾਉਂਦੇ ਆ ਕਿ ਮੈਨੂੰ ਨਹੀਂ ਪਤਾ ਉਹ ਕਾਰਟੂਨ ਦੇ ਵਿੱਚ ਕਿਹੜੇ ਉਹਦੇ ਵਿੱਚ ਕਾਰਟੂਨ ਉਹਦੇ ਅਦਾਕਾਰ ਨੇ ਜਿਹੜੇ ਉਹ 'ਚ ਇੱਕ ਕਾਰਟੂਨ ਆਉਂਦਾ ਮਾਰਕੀਟ ਦੇ ਵਿੱਚ ਕਿ ਸ਼ਕਤੀਮਾਨ ਤੇ ਗੰਗਾਧਰ ਇੱਕ ਹੀ ਚੀਜ਼ ਹੈ, ਇੱਕ ਪਾਸੇ ਤੁਹਾਡਾ ਚਿਹਰਾ ਲਾਇਆ ਤੇ ਅੱਧਾ ਚਿਹਰਾ ਬਾਦਲ ਦਾ ਲਾਇਆ ਹੁੰਦਾ ਵਾ। ਜਾਂ ਤੇ ਤੁਸੀਂ ਇੱਕ ਹੋ ਤੇ ਜਾਂ ਤੁਹਾਨੂੰ ਇੰਨਾ ਕੀ ਬਾਦਲਾਂ ਦਾ ਡਰ ਸਤਾਉਂਦਾ ਵਾ ਕਿ ਉਹ ਇੱਕ ਸਰੂਪ ਲਈ ਤੁਹਾਡੇ ਸ਼ਹਿਰ ਦੇ ਵਿੱਚ ਜਾ ਕੇ ਪਟਿਆਲੇ ਲਲਕਾਰੇ ਮਾਰਦੇ ਫਿਰਦੇ ਆ, ਤੁਹਾਡੇ ਅਫਸਰਾਂ ਨੂੰ ਗਾਲਾਂ ਕੱਢਦੇ ਆ, ਤੁਹਾਨੂੰ ਮਾੜਾ ਬੋਲਦੇ ਆ। ਇੱਥੇ 267 ਸਰੂਪ ਇਹਨਾਂ ਦੇ ਘਰ ਦੇ ਵਿੱਚੋਂ ਚੋਰੀ ਹੋਏ ਤੇ ਤੁਸੀਂ ਕਾਰਵਾਈ ਤੱਕ ਨਹੀਂ ਕਰ ਰਹੇ, ਕਿਉਂਕਿ ਜਾਂ ਤੇ ਫਿਰ ਤੁਹਾਡੀ ਕੋਈ ਨਾ ਕੋਈ ਕਮਿਟਮੈਂਟ ਹੈ ਇਹਨਾਂ ਦੇ ਨਾਲ, ਅਗਲੀ ਸਰਕਾਰ ਇਹਨਾਂ ਦੀ ਬਣਾਉਣ ਦੀ। ਬਾਦਲਾਂ ਨਾਲ ਤੁਹਾਡੀ ਕੋਈ ਕਮਿਟਮੈਂਟ ਹੋਈ ਹੈ ਜੋ ਇਹਨਾਂ ਨੂੰ ਇੰਨਾ ਜ਼ਿਆਦਾ ਤੁਸੀਂ ਪ੍ਰਮੋਟ ਕਰ ਰਹੇ ਹੋ। ਫਿਰ ਕਾਰਨ ਕੀ ਹੈ? ਇਹਦੇ ਵਿੱਚੋਂ ਕੋਈ ਨਾ ਕੋਈ ਕਾਰਨ ਤੇ ਹੈ। ਮੈਂ ਅਖੀਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਤੁਹਾਨੂੰ ਬੇਨਤੀ ਕਰਦਾ, ਮੈਂ ਅੱਗੇ ਵੀ ਕਈ ਬੇਨਤੀਆਂ ਕਰ ਚੁੱਕਾ, ਮੈਂ ਤੁਹਾਡੇ ਨਾਲ ਕੰਮ ਕੀਤਾ। ਜਿਸ ਦਿਨ ਤੁਸੀਂ ਸਹੁੰ ਖਾਦੀ ਸੀ ਸਟੇਜ ਦੇ ਉੱਤੇ, ਉਸ ਸਟੇਜ ਦੇ ਉੱਤੇ ਮੈਂ ਤੁਹਾਡੇ ਨਾਲ ਸੀਗਾ। ਮੈਨੂੰ ਵੀ ਕਿਤੇ ਨਾ ਕਿਤੇ ਸ਼ਰਮ ਮਹਿਸੂਸ ਹੁੰਦੀ ਆ। ਮੈਂ ਤੁਹਾਨੂੰ ਕਹਿਣਾ ਕਿ ਆਪਣੀ ਖਾਦੀ ਸਹੁੰ ਨੂੰ ਪੂਰੀ ਕਰੋ, ਚਾਹੇ ਉਹ ਨਸ਼ਿਆਂ ਦੇ ਉੱਤੇ ਸੀ, ਚਾਹੇ ਉਹ ਬੇਅਦਬੀ ਦੇ ਉੱਤੇ ਸੀ। 3.5 ਸਾਲ ਗੁਜ਼ਰ ਗਏ, 1.5 ਸਾਲ ਰਹਿ ਗਿਆ। ਕੋਈ ਵੀ ਵਾਅਦਾ ਜਿਹੜਾ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਸੀਗਾ ਉਹ ਪੂਰਾ ਨਹੀਂ ਕੀਤਾ ਗਿਆ। ਮੇਰੀ ਨਿਮਰਤਾ ਸਹਿਤ ਤੁਹਾਨੂੰ ਬੇਨਤੀ ਹੈ, ਰਾਜਨੀਤੀ ਕਰੋ, ਇਹਨਾਂ ਨੂੰ ਭਾਵੇਂ ਗੱਲ ਨਾ ਲਾਓ ਤੇ ਭਾਵੇਂ ਇਹਨਾਂ ਨੂੰ ਜੇਲ੍ਹ 'ਚ ਸੁੱਟੋ, ਪਰ ਜਿਹੜੇ ਵਾਅਦੇ ਤੁਸੀਂ ਲੋਕਾਂ ਦੀਆਂ ਭਾਵਨਾਵਾਂ ਨਾਲ ਕੀਤੇ ਨੇ ਉਹਨਾਂ ਨੂੰ ਪੂਰੇ ਕਰੋ। ਲੋਕ ਬੜੀ ਬੇਸਬਰੀ ਨਾਲ ਤੁਹਾਡੇ ਕੀਤੇ ਵਾਅਦਿਆਂ ਨੂੰ ਪੂਰੇ ਹੋਣ ਦਾ ਇੰਤਜ਼ਾਰ ਜਿਹੜਾ ਉਹ ਕਰ ਰਹੇ ਆ।